ਅੱਜ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਵਿੱਚ ਸਾਡੇ ਕੋਲ ਇੱਥੇ ਪਹੁੰਚੇ ਨੇ ਜੀਵਨ ਗੁਪਤਾ ਜੀ, ਭਾਜਪਾ ਦੇ ਸੂਬਾ ਜਨਰਲ ਸਕੱਤਰ ਨੇ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ ਉਹਦੇ ਸੰਬੰਧੀ ਭਾਜਪਾ ਕਿਸ ਤਰ੍ਹਾਂ ਦੇਖਦੀ ਹੈ ਅਤੇ ਭਾਜਪਾ ਵਿੱਚ ਜੇ ਕਿਤੇ ਨਾ ਕਿਤੇ ਕਿਸਾਨੀ ਮੁੱਦੇ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਹਾਂਜੀ ਜੀਵਨ ਜੀ, ਤੁਹਾਡਾ ਸਵਾਗਤ ਹੈ। ਸਭ ਨੂੰ ਮੇਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਜੀਵਨ ਜੀ, ਇਸ ਤਰ੍ਹਾਂ ਸੀ ਕਿ ਤੁਸੀਂ ਅੱਜ ਇੱਥੇ ਪਹੁੰਚੇ, ਅੰਮ੍ਰਿਤਸਰ ਪਹੁੰਚੇ ਹੋ, ਤੁਹਾਡਾ ਮੇਨ ਪਰਪਸ ਥੋੜ੍ਹਾ ਦੱਸੋਗੇ ਆਪਣਾ, ਕਿਸ ਪਰਪਸ ਵਾਸਤੇ ਤੁਸੀਂ ਇੱਥੇ ਆਏ ਹੋ ਅਤੇ ਜਿਹੜੀ ਆਉਣ ਵਾਲੀਆਂ ਚੋਣਾਂ ਵਿਧਾਨ ਸਭਾ ਚੋਣਾਂ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਪਾਰਟੀ ਦੀ ਸੰਗਠਨਾਤਮਕ ਦ੍ਰਿਸ਼ਟੀ ਦੇ ਨਾਲ ਅੰਮ੍ਰਿਤਸਰ ਸਾਹਿਬ ਜਿਹੜਾ ਜ਼ਿਲ੍ਹਾ ਹੈ ਸ਼ਹਿਰੀ, ਉਹ ਉਸ ਦੇ ਪ੍ਰਭਾਰੀ ਦੇ ਨਾਤੇ ਮੇਰੀ ਅੱਜ ਇੱਥੇ ਅੰਮ੍ਰਿਤਸਰ ਦੀ ਫੇਰੀ ਹੈ। ਔਰ ਲਗਾਤਾਰ ਪਿਛਲੇ ਦਿਨਾਂ ਤੋਂ ਮੈਂ ਆਇਆ। ਕੋਵਿਡ ਦੇ ਦੌਰਾਨ ਜਦੋਂ ਇੰਸਟਰਕਸ਼ਨ ਸੀਗੀਆਂ ਸਰਕਾਰ ਦੀਆਂ, ਇਸ ਕਰਕੇ ਮੇਰਾ ਪਿਛਲੇ ਮਹੀਨੇ ਨਹੀਂ ਆਉਣਾ ਹੋਇਆ। ਸੋ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ, ਉਸ ਦ੍ਰਿਸ਼ਟੀ ਨਾਲ ਵੀ ਅਸੀਂ ਅੱਜ ਚਰਚਾ ਕੀਤੀ ਹੈ। ਔਰ ਉਸ ਤੋਂ ਇਲਾਵਾ ਸਾਡੀ ਰੂਟੀਨ ਜਿਹੜੀ ਸੰਗਠਨ ਦੀ ਬੈਠਕਾਂ ਨੇ ਉਹ ਚੱਲਦੀਆਂ ਰਹਿੰਦੀਆਂ, ਉਸ ਦ੍ਰਿਸ਼ਟੀ ਨਾਲ ਵੀ ਅੱਜ ਚਰਚਾ ਕੀਤੀ ਹੈਗੀ ਹੈ। 2022 ਦੀਆਂ ਤਿਆਰੀਆਂ ਪੂਰਨ ਤੌਰ ਤੇ ਪਾਰਟੀ ਬੜੇ ਅੱਛੇ ਢੰਗ ਨਾਲ ਕਰ ਰਹੀ ਹੈ। ਔਰ ਜਿੱਥੇ ਸੰਗਠਨ ਦੀ ਰਚਨਾ ਅਜੇ ਥੋੜ੍ਹੀ ਕਿਤੇ ਕਮੀ ਹੈ, ਉਹਨੂੰ ਚੁਸਤ ਦਰੁਸਤ ਕਰਕੇ ਉਹਨੂੰ ਪੂਰਨ ਕਰਨਾ, ਇਸ ਵਾਸਤੇ ਅਸੀਂ ਅੱਜ ਥੋੜ੍ਹੀ ਚਰਚਾ ਕੀਤੀ ਹੈਗੀ ਹੈ। ਭਾਜਪਾ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਦੀਆਂ 117 ਸੀਟਾਂ ਦੇ ਜਿਹੜੀ ਚੋਣ ਲੜੀ ਜਾਏਗੀ। ਭਾਜਪਾ ਕਿਸ ਤਰ੍ਹਾਂ, ਜਦੋਂ ਕਿ ਪਿੰਡਾਂ ਦੇ ਵਿੱਚ ਬਹੁਮਤ ਜਿਹੜਾ ਵਾ ਉੱਥੇ ਕਿਸਾਨਾਂ ਦਾ ਵਾ, ਬਹੁਤੀ ਜਿਹੜੀ ਬਹੁ ਗਿਣਤੀ ਜਿਹੜੀ ਕਿਸਾਨਾਂ ਦੀ, ਮਜ਼ਦੂਰਾਂ ਦੀ ਹੈ, ਲੇਕਿਨ ਭਾਜਪਾ ਕਿਸ ਤਰ੍ਹਾਂ ਉਹ ਇਹਨਾਂ 117 ਸੀਟਾਂ ਲੜ ਕੇ ਅਤੇ ਕਿਸ ਤਰ੍ਹਾਂ ਉਹ ਆਪਣਾ ਮੁੱਖ ਮੰਤਰੀ ਬਣਾਏਗੀ? ਦੇਖੋ, ਇਸ ਤਰ੍ਹਾਂ ਹੈਗਾ ਕਿ ਜਦੋਂ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਔਰ ਅੱਜ 1 ਸਾਲ ਤੋਂ ਬਾਅਦ ਕਈ ਚੀਜ਼ਾਂ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ। ਮੇਰੇ ਯਾਦ ਹੈ ਕਿ ਪੁਰਾਣੇ ਟਾਈਮ ਦੇ ਵਿੱਚ ਜਦੋਂ ਕਿਸਾਨ ਵੀਰ ਆਪਣੀ ਫਸਲ ਆੜ੍ਹਤੀਆਂ ਕੋਲ ਲੈ ਕੇ ਜਾਂਦੇ ਸੀ, ਉਹਨਾਂ ਦੀ ਇੱਕ ਡਿਮਾਂਡ ਰਹਿੰਦੀ ਸੀ ਕਿ ਮਿਹਨਤ ਅਸੀਂ ਕੀਤੀ, ਫਸਲ ਅਸੀਂ ਬੀਜੀ, ਅਸੀਂ ਪਾਲੀ, ਹੁਣ ਲਿਆ ਕੇ ਮੰਡੀ ਵੇਚਣ ਆ ਗਏ ਅਤੇ ਸਾਡੇ ਪੈਸਾ ਹੀ ਸਾਨੂੰ 15 ਦਿਨਾਂ ਬਾਅਦ, ਮਹੀਨੇ ਦੇ ਬਾਅਦ ਮਿਲਦਾ ਹੈਗਾ, ਸਾਡੇ ਖਾਤਿਆਂ 'ਚ ਸਿੱਧੀ ਪੇਮੈਂਟ ਕਿਉਂ ਨਹੀਂ ਪੈਂਦੀ? ਅਤੇ ਮੋਦੀ ਸਰਕਾਰ ਨੇ ਇੱਕ ਵੱਡਾ ਪੁਰਾਣੀ ਮੰਗ ਸੀਗੀ ਕਿਸਾਨਾਂ ਦੀ, ਜਿਹਨੂੰ ਪੂਰਨ ਕੀਤਾ ਹੈ ਕਿ ਡਾਇਰੈਕਟ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸਾ ਪਾਇਆ ਜਾ ਰਿਹਾ ਹੈ। ਇਹ ਉਹੀ ਕੇਂਦਰ ਸਰਕਾਰ ਹੈ ਜਿਹਨੇ 2016-17 ਦੇ ਵਿੱਚ ਜਿਹੜੀ ਸਵਾਮੀਨਾਥਨ ਰਿਪੋਰਟ ਸੀਗੀ, ਉਹਦੇ ਵਿੱਚ ਕੁੱਲ ਲਾਗਤ ਦਾ 1.5 ਗੁਣਾ MSP ਦੇਣ ਦਾ ਜ਼ਿਕਰ ਕੀਤਾ ਔਰ 200 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਉਹ ਝੋਨੇ ਦਾ ਇੱਕਦਮ ਵਾਧਾ ਕੀਤਾ। ਫਿਰ 6000 ਕਿਸਾਨ ਸਨਮਾਨ ਨਿਧੀ, ਫਿਰ ਕਿਸਾਨ ਬੀਮਾ ਯੋਜਨਾ, ਔਰ ਕਾਨੂੰਨ ਲਾਗੂ ਹੋਣ ਤੋਂ ਬਾਅਦ ਵੀ 2 ਫਸਲਾਂ MSP ਤੇ ਚੁੱਕੀਆਂ, ਤੀਜੀ ਦੀ MSP ਕੱਲ੍ਹ ਘੋਸ਼ਿਤ ਕਰਤੀ। ਸੋ ਇਹ ਸਾਰੀਆਂ ਚੀਜ਼ਾਂ ਹੁਣ ਕਿਸਾਨ ਵੀਰਾਂ ਨੂੰ ਸਮਝ ਆ ਰਹੀਆਂ ਹੈਗੀਆਂ। ਇਹ ਕਿਸਾਨ ਵਿਰੋਧੀ ਮੋਦੀ ਸਰਕਾਰ ਨੂੰ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਤੇ ਹੁਣ ਪ੍ਰਸ਼ਨ ਲੱਗਣਾ ਸ਼ੁਰੂ ਹੋਇਆ ਹੈਗਾ। ਕਿਸਾਨ ਵੀਰ ਇਹਨਾਂ ਚੀਜ਼ਾਂ ਨੂੰ ਸਮਝਦੇ ਹੈ ਵੀ ਇਹ ਸਾਰੇ ਪ੍ਰਯੋਜਿਤ ਮਾਮਲੇ ਨੇ, ਇੱਕ ਛੜਯੰਤਰ ਦੇ ਤਹਿਤ BJP ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਮੈਂ ਸਮਝਦਾ ਕਿ ਆਉਣ ਵਾਲੇ ਹੋਰ ਕੁਝ ਦਿਨਾਂ ਦੇ ਵਿੱਚ ਕਿਸਾਨ ਵੀਰ ਸਮਝਣਗੇ ਇਹਨਾਂ ਚੀਜ਼ਾਂ ਨੂੰ ਔਰ ਸਾਡੇ ਨਾਲ ਚੱਲਣਗੇ ਔਰ ਭਾਰਤੀ ਜਨਤਾ ਪਾਰਟੀ ਦਾ ਭਰਪੂਰ ਸਮਰਥਨ ਕਰਦੇ ਹੋਏ ਪੰਜਾਬ 'ਚ BJP ਦੀ ਸਰਕਾਰ ਬਣਾਉਣਗੇ। ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪੰਜਾਬ ਸਰਕਾਰ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਵਾਅਦੇ ਕੀਤੇ ਸੀ ਨੌਕਰੀਆਂ ਦੇਣ ਬਾਰੇ, ਪੰਜਾਬ ਸਰਕਾਰ ਵੱਲੋਂ ਪਿੱਛੇ ਜਿਹੇ ਦੋਸ਼ ਲੱਗੇ ਪੰਜਾਬ ਸਰਕਾਰ 'ਤੇ ਵੈਕਸੀਨੇਸ਼ਨ ਨੂੰ ਲੈ ਕੇ ਕਿ ਨੀਚੇ ਆਪਣਾ ਜਿਹੜਾ ਸੀ ਉਹਨਾਂ ਨੂੰ ਹਸਪਤਾਲ ਨੂੰ ਵੇਚੀ ਜਾ ਰਹੀ, ਜਾਂ ਜਿਸ ਤਰ੍ਹਾਂ ਇਹ ਜਿਹੜਾ ਫਤਿਹ ਕਿੱਟ ਬਾਰੇ ਆ, ਉਹਦੇ ਬਾਰੇ ਵੀ ਜਿਹੜੀ ਭਾਜਪਾ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ, ਤੁਸੀਂ ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਜੀ? ਉਹ ਕਿਸ ਤਰ੍ਹਾਂ? ਦੇਖੋ, ਇਹ ਜਿਹੜੀ ਪੰਜਾਬ ਦੀ ਸਰਕਾਰ ਹੈ, ਇਹ ਸਰਕਾਰ ਨਹੀਂ ਹੈਗੀ, ਇਹ ਤਾਂ ਲੁੱਟ ਖਸੁੱਟ ਮਹਿਕਮਾ ਹੈ। ਲਗਾਤਾਰ 4.5 ਸਾਲ ਹੋ ਗਏ ਪੰਜਾਬ 'ਚ ਸਰਕਾਰ ਬਣੀ ਨੂੰ, ਸ਼ੁਰੂ ਤੋਂ ਲੈ ਕੇ ਹੁਣ ਤੱਕ। ਪਹਿਲਾਂ ਤਾਂ ਕੈਪਟਨ ਸਾਹਿਬ ਐਸੀ ਕੁੰਭ ਕਰਨੀ ਨੀਂਦ ਸੁੱਤੇ ਪਏ ਆ, ਉੱਠ ਨਹੀਂ ਰਹੇ। ਆਪਣੇ ਉਹ ਜਿਹੜਾ ਇਹ ਫਾਰਮ ਹਾਊਸ ਆ ਉੱਥੋਂ ਹੀ ਬਾਹਰ ਨਹੀਂ ਨਿਕਲਦੇ। ਕਦੇ ਦੇਖਿਆ ਕਿ ਉਹ ਆਮ ਲੋਕਾਂ ਨੂੰ ਮਿਲਦੇ ਹੋਣ, ਆਪਣੇ ਮੰਤਰੀ MLA ਨੂੰ ਨਹੀਂ ਮਿਲ ਰਹੇ। ਸੋ ਇਸ ਕਰਕੇ ਇਸ ਸਰਕਾਰ ਨੇ ਜੋ ਵਾਅਦੇ ਕੀਤੇ ਸੀ 2017 ਦੀਆਂ ਚੋਣਾਂ ਤੋਂ ਪਹਿਲਾਂ, ਉਹਨਾਂ ਨੇ ਕਿਹਾ ਸੀਗਾ ਕਿ ਜੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹ 'ਚ ਸੁੱਟਾਂਗੇ, ਉਹਨਾਂ ਨੇ ਕਿਹਾ ਸੀਗਾ ਕਿ ਨਸ਼ਾ ਖਤਮ ਕਰਾਂਗੇ, ਉਹਨਾਂ ਨੇ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ। ਸ਼੍ਰੀ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਕਸਮਾਂ ਖਾਧੀਆਂ ਗਈਆਂ, ਪੰਜਾਬੀਆਂ ਨੂੰ ਧਰਮ ਦੇ ਨਾਮ 'ਤੇ ਗੁੰਮਰਾਹ ਕੀਤਾ ਗਿਆ। ਸੋ ਉਹ ਸਾਰੀਆਂ ਚੀਜ਼ਾਂ ਸਾਡੇ ਪੰਜਾਬੀਆਂ ਦੇ ਧਿਆਨ 'ਚ ਹੈਗੀਆਂ। ਔਰ ਜਿਸ ਢੰਗ ਦਾ ਉਹਨਾਂ ਦਾ ਰਵੱਈਆ ਹੈ 4.5 ਸਾਲ 'ਚ, ਚਾਹੇ ਉਹ ਰੇਤ ਮਾਫੀਆ ਹੈ, ਸ਼ਰਾਬ ਮਾਫੀਆ ਹੈ, ਕਿਸ ਢੰਗ ਨਾਲ ਪੰਜਾਬ ਦੇ ਹਾਵੀ ਰਿਹਾ। ਨੌਕਰੀਆਂ ਉਹਨਾਂ ਨੇ ਨਹੀਂ ਦਿੱਤੀਆਂ, ਜੇ ਦਿੱਤੀਆਂ 2 ਨੌਕਰੀਆਂ ਆਪਣੇ ਸਕੋਰ ਸੈਟਲ ਕਰਨ ਵਾਸਤੇ ਆਪਣੇ MLA ਦੇ ਪੁੱਤਰਾਂ ਨੂੰ 2 ਦਿੱਤੀਆਂ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਔਰ ਜਦੋਂ ਕਰੋਨਾ ਮਹਾਮਾਰੀ ਦੇ ਵਿੱਚ ਪੰਜਾਬ ਸਰਕਾਰ ਨੂੰ ਲੜਨਾ ਚਾਹੀਦਾ ਸੀ
ਪੰਜਾਬੀਆਂ ਦੇ ਨਾਲ ਐਸੀ ਸਰਕਾਰ ਨੂੰ ਖੜੇ ਨਜ਼ਰ ਆਉਣਾ ਚਾਹੀਦਾ ਸੀ। ਉਹਨਾਂ ਨੇ ਉਹਦੇ ਵਿੱਚ ਵੀ ਭ੍ਰਸ਼ਟਾਚਾਰ ਦੇ ਅਫਸਰ ਜਿਹੜੇ ਆ ਉਹ ਲੱਭੇ। ਉਹਦੇ ਵਿੱਚ ਵੈਕਸੀਨੇਸ਼ਨ ਨੂੰ ਵੇਚ ਦਿੱਤਾ ਗਿਆ। ਜਿਹੜੀ 18 ਸਾਲ ਤੋਂ ਉੱਪਰ ਦੇ ਨਾਗਰਿਕਾਂ ਵਾਸਤੇ, ਪੰਜਾਬੀਆਂ ਵਾਸਤੇ ਵੈਕਸੀਨ ਆਈ ਸੀਗੀ ਕੇਂਦਰ ਸਰਕਾਰ ਤੋਂ 400 'ਚ ਲੈ ਕੇ, ਦੇਖੋ ਕਿੰਨੀ ਹੈਰਾਨੀਜਨਕ ਗੱਲ ਹੈ ਕਿ 400 'ਚ ਖਰੀਦ ਕੇ 1060 'ਚ ਪ੍ਰਾਈਵੇਟ ਹਸਪੀਟਲ ਨੂੰ ਵੇਚਦੀ, ਅੱਗੇ ਉਹ 1560 ਦੀ ਦੇਣ ਲੱਗੇ। ਸੋ ਉਸ ਤੋਂ ਬਾਅਦ ਕਰੋਨਾ ਕਿਟ ਦੇ ਨਾਮ ਤੇ ਲਗਭਗ 10 ਕਰੋੜ ਦਾ ਘਪਲਾ ਕਰ ਲਿਆ ਗਿਆ। ਕਰੋਨਾ ਕਿਟ ਜਿਹੜੀ ਕਿ ਕੋਵਿਡ ਦੇ ਪੇਸ਼ੈਂਟ ਨੂੰ ਦੇਣੀ ਸੀਗੀ। ਸੋ ਕੋਵਿਡ ਦੇ ਅੰਦਰ ਜਿੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਉਹ ਕਰੋਨਾ ਦੇ ਨਾਲ ਲੜਦੇ ਹੋਏ ਨਜ਼ਰ ਆ ਰਹੇ ਸੀ, ਨਾਗਰਿਕਾਂ ਦੀ ਰੱਖਿਆ ਕਰਦੇ ਹੋਏ ਨਜ਼ਰ ਆ ਰਹੇ ਸੀ, ਉੱਥੇ ਪੰਜਾਬ ਦੀ ਸਰਕਾਰ ਪੰਜਾਬੀਆਂ ਦੇ ਉਹਨਾਂ ਕਰੋਨਾ ਦੇ ਨਾਲ ਲੜਨ ਦੀ ਬਜਾਏ ਉਹਦੇ ਵਿੱਚ ਭ੍ਰਸ਼ਟਾਚਾਰ ਦੇ ਅਫਸਰ ਲੱਭ ਰਹੀ ਸੀ। ਸੋ ਮੈਂ ਸਮਝਦਾ ਕਿ ਪੰਜਾਬ ਬਿਲਕੁਲ ਨਕੰਮੀ ਸਰਕਾਰ ਹੈ। ਔਰ ਬੜੀ ਦੁਖਦ ਗੱਲ ਇਹ ਹੈਗੀ ਹੈ ਕਿ ਇੰਨੇ ਇਲਜ਼ਾਮ ਲੱਗਣ ਤੋਂ ਬਾਅਦ, ਇੰਨੇ ਇਹਨਾਂ ਤੇ ਐਲੀਗੇਸ਼ਨ ਲੱਗਣ ਤੋਂ ਬਾਅਦ ਇਹ ਰਿਪਲਾਈ ਤੱਕ ਉਹਦਾ ਕਰਨਾ ਠੀਕ ਨਹੀਂ ਸਮਝਦੇ। ਤੁਸੀਂ ਦਾਅਵਾ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਅਸੀਂ ਆਪਣਾ ਮੁੱਖ ਮੰਤਰੀ ਬਣਾਵਾਂਗੇ। ਬੀਜੇਪੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੀਆਂ 2022 ਦੀਆਂ ਚੋਣਾਂ ਆਉਣੀਆਂ ਉਹਦੇ ਵਿੱਚ ਬੀਜੇਪੀ ਆਪਣਾ ਜਿਹੜਾ ਮੁੱਖ ਮੰਤਰੀ ਬਣਾਏਗੀ, 117 ਸੀਟਾਂ ਤੇ ਲੜੇਗੀ। ਪਿੱਛੇ ਜੇ ਹਾਲ ਹੀ ਵਿੱਚ ਜਿਹੜੀਆਂ ਵਾ ਸਥਾਨਕ ਸਰਕਾਰਾਂ ਦੀਆਂ ਚੋਣਾਂ ਲੰਘੀਆਂ, ਉਹਦੇ ਦੌਰਾਨ ਉਹ ਜਿਹੜੇ ਭਾਜਪਾ ਦੇ ਉਮੀਦਵਾਰਾਂ ਨੂੰ ਇੰਨੀ ਕੁ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ, ਆਪਣੇ ਘਰਾਂ ਦੇ ਵਿੱਚ ਨਹੀਂ ਗੱਲਬਾਤ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਈਵਨ ਕਿ ਉਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਆਪਣਾ ਕਿਸਾਨਾਂ ਦਾ ਮਸਲਾ ਹੱਲ ਹੋਏਗਾ ਉਦੋਂ ਆਇਓ। ਹੁਣ ਵੀ ਕਈ ਪਿੰਡਾਂ ਦੇ ਵਿੱਚ ਇਹ ਲਿਖ ਕੇ ਲਾਇਆ ਕਿ ਭਾਜਪਾ ਵਾਲਿਆਂ ਦੇ ਜਿਹੜਾ ਵਾ ਇੱਥੇ ਪਿੰਡਾਂ ਦੇ ਵਿੱਚ ਦਾਖਲ ਹੋਣਾ ਮਨ੍ਹਾ ਵਾ। ਕਈ ਪਿੰਡਾਂ ਦੇ ਵਿੱਚ ਇਹ ਚੀਜ਼ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਤੁਸੀਂ 117 ਸੀਟਾਂ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕਰੋਗੇ? ਦੇਖੋ ਐਸਾ ਹੈ ਕਿ ਜਿਹੜਾ ਪਿਛਲੇ ਇਲੈਕਸ਼ਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਲੈਕਸ਼ਨ ਨਹੀਂ ਹੋਇਆ ਸੀ, ਉਹ ਤਾਂ ਲੁੱਟ ਖਸੁੱਟ ਹੋਈ ਸੀ। ਔਰ ਉਹਦੇ ਵਿੱਚ ਬਾਕੀ ਪੋਲੀਟੀਕਲ ਪਾਰਟੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਇੱਕ ਆਮ ਆਦਮੀ ਪਾਰਟੀ ਵਾਲੇ ਨੇ, ਇਹਨਾਂ ਦੀ ਪਰਫਾਰਮੈਂਸ ਕੀ ਰਹੀ? ਸਾਨੂੰ ਤਾਂ ਕਿਸਾਨ ਅੰਦੋਲਨ ਲੱਗਿਆ ਸੀ, ਚਲੋ ਮੰਨ ਲਈ ਗੱਲ। ਉਹਨਾਂ ਨੂੰ ਤਾਂ ਕਿਸਾਨ ਅੰਦੋਲਨ ਨਹੀਂ ਲੱਗਿਆ ਸੀ, ਉਹਨਾਂ ਦੀ ਪਰਫਾਰਮੈਂਸ ਕੋਈ ਸਾਡੇ ਨਾਲੋਂ। ਉਹਨਾਂ ਨੂੰ ਇਸ ਤਰ੍ਹਾਂ ਜਲੀਲ ਨਹੀਂ ਕੀਤਾ ਗਿਆ। ਦੇਖੋ ਮੈਂ ਜਿਹੜੀ ਗੱਲ ਤੇ ਆ ਰਿਹਾ ਸੁਣ ਲਓ ਨਾ, ਸਰਕਾਰ ਕਾਂਗਰਸ ਦੀ ਆ ਪੰਜਾਬ ਦੇ ਅੰਦਰ। ਇਹ ਜਿੰਨੇ ਵੀ ਕਿਸਾਨਾਂ ਦੇ ਰੂਪ 'ਚ ਗੁੰਡਾਗਰਦੀ ਕਰਦੇ ਨੇ ਨਾ ਲੋਕ, ਉਹ ਸਭ ਕਾਂਗਰਸੀ ਗੁੰਡੇ ਆ। ਇੱਥੇ ਅੰਮ੍ਰਿਤਸਰ ਦੇ ਅੰਦਰ ਗੇਟ ਦੇ ਨਾਲ ਪੁਤਲਾ ਬਣ ਕੇ ਮੋਦੀ ਜੀ ਦਾ ਸਾੜਤਾ ਗਿਆ। ਇੱਥੇ ਤੇ ਕੋਈ FIR ਤੱਕ ਦਰਜ ਨਹੀਂ ਕੀਤੀ ਗਈ। ਇਹਨੂੰ ਕਿਹੜਾ ਅਫੈਂਸ ਮੰਨਦੇ ਹੋ ਤੁਸੀਂ? ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਫੀਲਡਿੰਗ ਲਾ ਕੇ ਸਾਡੇ ਕਾਰਜਕਰਤਾ ਨੂੰ, ਸਾਡੇ ਲੀਡਰਾਂ ਨੂੰ ਘੇਰਿਆ ਜਾਂਦਾ ਹੈਗਾ। ਉਹਦੇ ਪਿੱਛੇ ਮਤਲਬ ਇੱਕੋ ਹੀ ਹੈਗਾ ਕਿ ਬੀਜੇਪੀ ਆਪਣੀ ਕੰਪੇਨ ਨਾ ਕਰ ਸਕੇ, ਬੀਜੇਪੀ ਪੰਜਾਬੀਆਂ ਨੂੰ ਆਪਣੀ ਗੱਲ ਨਾ ਕਹਿ ਸਕੇ। ਕਿਉਂ ਰੋਕਿਆ ਜਾਂਦਾ? ਡਰ ਬੀਜੇਪੀ ਤੋਂ ਲੱਗਦਾ, ਕਿਉਂਕਿ ਬੀਜੇਪੀ ਹੀ ਇੱਕ ਐਸੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਔਰ ਪੰਜਾਬ ਦੀ ਜਨਤਾ ਸਾਡੇ ਉਹਨਾਂ ਕੰਮਾਂ ਤੇ ਵਿਸ਼ਵਾਸ ਕਰੇਗੀ ਅਗਰ ਅਸੀਂ ਪੰਜਾਬ ਦੀ ਜਨਤਾ ਨਾਲ ਕਮਿਟਮੈਂਟ ਕਰਾਂਗੇ। ਸੋ ਇਸ ਕਰਕੇ ਸਾਨੂੰ ਰੋਕਿਆ ਜਾ ਰਿਹਾ ਹੈ। ਉਹ ਇੱਕ ਛੜਯੰਤਰ ਦਾ ਹਿੱਸਾ ਹੈ, ਉਹ ਪ੍ਰਯੋਜਿਤ ਹੈ, ਉਹ ਪਲੈਨਡ ਹੈ। ਅੱਜ ਵੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਕਿਸਾਨਾਂ ਦੇ ਵਿੱਚ ਨੇ ਜਿਹੜੇ ਗੁੰਡਾ ਤੱਤਵ ਨੇ, ਜਿਹੜੇ ਕਾਂਗਰਸ ਦੇ ਛੱਡੇ ਹੋਏ ਬੰਦੇ ਨੇ, ਕਿਸਾਨਾਂ ਨੂੰ ਕਦੀ ਆਪਾਂ ਗੁੰਡਾ ਤੱਤਵ ਕਹਿ ਦਿੰਦੇ, ਕਦੀ ਉਹਨਾਂ ਨੂੰ ਪਿੱਛੇ ਜੋ ਸਟਾਰਟਿੰਗ ਦੇ ਵਿੱਚ ਲਾਗੂ ਹੋਇਆ ਸੀ ਇਹਦਾ ਜਿਹੜਾ ਧਰਨਾ ਲਾਗੂ ਹੋਇਆ ਸੀ, ਇਹਨਾਂ ਧਰਨਾ ਸ਼ੁਰੂ ਕੀਤਾ ਸੀ, ਉਸ ਵੇਲੇ ਕਿਸਾਨਾਂ ਨੂੰ ਉਹ ਅੱਤਵਾਦੀ ਵੀ ਤੱਕ ਕਿਹਾ ਗਿਆ ਸੀ। ਤੇ ਹੁਣ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਇਹਨਾਂ ਵਿੱਚ ਜਿਹੜੇ ਆ ਕਿ ਕਾਂਗਰਸ ਵੱਲੋਂ ਗੁੰਡਾ ਤੱਤ ਵਾੜੇ ਗਏ ਨੇ ਕਿਸਾਨਾਂ ਦੀ ਆੜ 'ਚ। ਭਰਾ ਜੀ ਮੇਰੀ ਗੱਲ ਨੂੰ ਤੁਸੀਂ ਪਹਿਲਾਂ ਦਰੁਸਤ ਕਰੋ ਆਪਣੀ ਗੱਲ ਨੂੰ। ਮੈਂ ਕਿਸੇ ਕਿਸਾਨ ਨੂੰ ਗੁੰਡਾ ਨਹੀਂ ਕਿਹਾ, ਮੈਂ ਉਸ ਨੂੰ ਗੁੰਡਾ ਕਿਹਾ। ਮੈਂ ਸੁਣ ਲਓ ਪਹਿਲਾਂ ਮੇਰੀ ਗੱਲ, ਗਲਤ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਹੋਏਗੀ। ਮੈਂ ਉਸ ਨੂੰ ਗੁੰਡਾ ਕਿਹਾ ਜਿਹਨੇ ਸਾਡੇ MLA ਦੇ ਕੱਪੜੇ ਫਾੜੇ ਆ। ਉਹਨੂੰ ਗੱਲ ਨੂੰ ਜਸਟੀਫਾਈ ਕਰਦੇ ਹੋ ਤੁਸੀਂ? ਮੈਂ ਉਹਨੂੰ ਗੱਲ ਨੂੰ ਉਸ ਨੂੰ ਗੁੰਡਾ ਕਿਹਾ ਜਿਹਨੇ ਸਾਡੇ MLA ਦੇ ਕੱਪੜੇ ਫਾੜਤੇ, ਉਹ ਗੁੰਡਾ ਹੈ। ਮੈਂ ਉਹਨੂੰ ਗੁੰਡਾ ਕਿਹਾ ਜਿਹੜੇ ਸਾਡੇ ਸੂਬਾ ਪ੍ਰਧਾਨ ਦੀ ਗੱਡੀ ਨੂੰ ਭੰਨਤਾ, ਉਹਨਾਂ ਤੇ ਜਾਨਲੇਵਾ ਹਮਲਾ ਕੀਤਾ। ਮੈਂ ਉਹਨੂੰ ਗੁੰਡਾ ਕਿਹਾ ਜਿਹਨੇ ਪੱਥਰਾਂ ਦੇ ਨਾਲ, ਬਰਛਿਆਂ ਦੇ ਨਾਲ ਫਿਰੋਜ਼ਪੁਰ ਦੇ ਅੰਦਰ ਸਾਡੇ ਸੂਬਾ ਪ੍ਰਧਾਨ ਤੇ ਹਮਲਾ ਕੀਤਾ। ਮੈਂ ਉਹਨੂੰ ਗੁੰਡਾ ਕਿਹਾ ਜਿਹੜਾ ਸਾਡੇ ਮੈਂਬਰ ਆਫ ਪਾਰਲੀਮੈਂਟ ਸ਼ਵੇਤ ਮਲਿਕ ਜੀ ਹੋਣ, ਚਾਹੇ ਸੋਮ ਪ੍ਰਕਾਸ਼ ਜੀ ਹੋਣ, ਜਿਹੜੇ ਉਹਨਾਂ ਤੇ ਜਿਨ੍ਹਾਂ ਨੇ ਹਮਲਾ ਕੀਤਾ। ਜਿੰਨੇ ਵੀ ਲੀਡਰਾਂ ਤੇ ਜਿਹੜੇ ਹਮਲੇ ਕਰ ਰਹੇ ਨੇ, ਜਿਹੜੇ ਉਹਨਾਂ ਤੇ ਜਾਨਲੇਵਾ ਹਮਲੇ ਕਰ ਰਹੇ ਨੇ, ਮੈਂ ਉਹਨਾਂ ਨੂੰ ਗੁੰਡਾ ਕਹਿ ਰਿਹਾ। ਔਰ ਮੈਂ ਉਹਨਾਂ ਨੂੰ ਅੱਤਵਾਦੀ, ਬੀਜੇਪੀ ਦੇ ਕਿਸੇ ਵੀ ਲੀਡਰ ਨੇ ਪਹਿਲੀ ਗੱਲ ਤਾਂ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ। ਅਗਰ ਇੱਕ ਸਟੇਟਮੈਂਟ ਜਿਹੜੀ ਆਈ ਸੀ ਉਹ ਉਦੋਂ ਆਈ ਸੀ ਜਦੋਂ ਦਿੱਲੀ ਦੇ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਇੱਕ ਯੂਨੀਅਨ ਨੇ ਕਸ਼ਮੀਰੀ ਅੱਤਵਾਦੀਆਂ ਦੀਆਂ ਫੋਟੋਆਂ ਚੱਕ ਕੇ ਉਹਨਾਂ ਤੋਂ ਰਿਹਾਈ ਮੰਗੀ ਗਈ ਸੀ। ਅਸੀਂ ਉਹਨਾਂ ਕਸ਼ਮੀਰੀ ਅੱਤਵਾਦੀਆਂ ਦੀ ਸਪੋਰਟ ਕਰਨ ਵਾਲਿਆਂ ਨੂੰ ਕਿਹਾ ਸੀ ਕਿ ਇਹ ਗਲਤ ਟਰੈਕ ਤੇ ਚੱਲ ਰਹੇ ਨੇ। ਅੱਜ ਤੱਕ ਇੱਕ ਵੀ ਕਿਸੇ ਬੀਜੇਪੀ ਦੀ ਲੀਡਰ ਦੀ ਪੰਜਾਬ ਦੇ ਨਾਮ ਤੇ ਕਿਸੇ ਨੂੰ ਅੱਤਵਾਦੀ ਕਹਿਣ ਦੀ ਗੱਲ ਅਗਰ ਤੁਸੀਂ ਸਾਬਤ ਕਰਦੇ ਹੋ, ਮੈਨੂੰ ਨੀਵੀਂ ਥਾਂ ਤੇ ਬਿਠਾ ਲੈਣਾ। ਇਹ ਗਲਤ ਢੰਗ ਨਾਲ ਪ੍ਰਯੋਜਿਤ ਕੀਤੀਆਂ ਗਈਆਂ ਚੀਜ਼ਾਂ ਨੇ। ਇੱਕ ਬੀਜੇਪੀ ਨੂੰ ਸਿੱਖ ਵਿਰੋਧੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਕਦੇ ਸਿੱਖ ਵਿਰੋਧੀ ਹੋ ਹੀ ਨਹੀਂ ਸਕਦੀ। ਅਸੀਂ ਪੰਜਾਬ ਦੀ ਮਿੱਟੀ 'ਚ ਜੰਮੇ ਪਲੇ ਹਾਂ। ਮੋਦੀ ਜੀ ਕਿੰਨਾ ਪ੍ਰੇਮ ਇੱਕ ਸਮਾਜ ਨਾਲ ਕਰਦੇ ਨੇ, ਜਿੰਨਾ ਮੋਦੀ ਜੀ ਨੇ ਸਿੱਖ ਸਮਾਜ ਵਾਸਤੇ ਕੰਮ ਕੀਤਾ। ਕੇਵਲ ਇੱਕੋ ਹੀ ਪ੍ਰਧਾਨ ਮੰਤਰੀ ਹੈ ਜਿਹਨੇ 84 ਦੇ ਦੰਗਾਈਆਂ ਨੂੰ ਚੱਕ ਕੇ ਜੇਲ੍ਹ ਸੁੱਟਿਆ। ਕੇਵਲ ਇੱਕੋ ਹੀ ਪ੍ਰਧਾਨ ਮੰਤਰੀ ਹੈ
ਜਿਹਨੇ ਸਰਦਾਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਸੀਂ ਕਿੰਨੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀਗੇ ਕਿ ਅੱਜ ਅਰਦਾਸ ਵੀ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਅਰਦਾਸ ਦੇ ਵਿੱਚ ਹਮੇਸ਼ਾ ਜਿਹੜੀਆਂ ਸਾਡੇ ਵਿਛੜੇ ਸਥਾਨ ਨੇ ਉਹ ਸਾਨੂੰ ਮਿਲਣ, ਉਹਨਾਂ ਦੇ ਖੁੱਲ੍ਹੇ ਦੀਦਾਰ ਦਰਸ਼ਨ ਹੋਣ। ਅਸੀਂ ਮੰਗ ਕਰਦੇ ਹਾਂ ਨਾ, ਤੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੇ ਮੋਦੀ ਜੀ ਨੇ ਖੋਲ੍ਹਿਆ ਤੇ ਸਿੱਖ ਵਿਰੋਧੀ ਹੋ ਸਕਦਾ? ਜੇ ਅੱਜ ਜੇ ਕਿਤੇ ਦਰਬਾਰ ਸਾਹਿਬ ਦੇ ਵਿੱਚ ਬਾਹਰੋਂ ਜਿਹੜਾ ਫੰਡ ਆਉਂਦਾ ਉਹ ਤੇ GST ਹਟਾਉਣ ਦੀ ਗੱਲ ਕੀਤੀ, ਕਿਹਨੇ ਕੀਤੀ? ਮੋਦੀ ਜੀ ਨੇ ਕੀਤੀ। ਜੇ ਅੱਜ ਕਾਲੀ ਸੂਚੀ ਦੇ ਵਿੱਚ ਜਿਹੜੇ ਬਾਹਰ ਲੋਕ ਚਲੇ ਗਏ ਸੀਗੇ ਅੱਤਵਾਦ ਦੇ ਟਾਈਮ, ਉਹਨਾਂ ਨੇ ਪੋਲੀਟੀਕਲ ਸ਼ਰਨ ਲੱਤੀ, ਉਹਨਾਂ ਨੂੰ ਕਾਲੀ ਸੂਚੀ ਚੋਂ ਕਿਹਨੇ ਕੱਢਿਆ? ਮੋਦੀ ਜੀ ਨੇ ਕੱਢਿਆ। ਤੇ ਉਹ ਸਿੱਖ ਵਿਰੋਧੀ ਕਿੱਦਾਂ ਹੋ ਸਕਦਾ? ਇਸ ਕਰਕੇ ਕੁਝ ਚੀਜ਼ਾਂ ਬੜੇ ਪ੍ਰਯੋਜਿਤ ਢੰਗ ਦੇ ਨਾਲ ਜਿਹੜੀਆਂ ਹੈ ਉਹ BJP ਦੇ ਖਿਲਾਫ ਕੀਤੀਆਂ ਜਾ ਰਹੀਆਂ। ਸੋ ਮੇਰਾ ਇਹ ਨਿਵੇਦਨ ਹੈ, ਤੁਹਾਨੂੰ ਬੇਨਤੀ ਹੈ ਕਿ ਥੋੜ੍ਹਾ ਇਸ ਗੱਲ ਨੂੰ ਆਪਾਂ ਗੁਰੇਜ਼ ਕਰੀਏ ਕਿ BJP ਕਦੇ ਸਿੱਖ ਵਿਰੋਧੀ ਨਹੀਂ ਹੋ ਸਕਦੀ। ਕਦੇ ਵੀ ਤੁਸੀਂ ਸਾਡੇ ਕਿਸੇ ਵੀ ਸੀਨੀਅਰ ਲੀਡਰ ਦੀ, ਭਾਰਤੀ ਜਨਤਾ ਪਾਰਟੀ ਦੀ ਇੱਦਾਂ ਦੀ ਸਟੇਟਮੈਂਟ ਨਹੀਂ ਸੁਣੀ ਹੋਊਗੀ ਕਿ ਉਹਨਾਂ ਨੇ ਕਿਸੇ ਪੰਜਾਬੀ ਨੂੰ, ਸਿੱਖ ਨੂੰ ਅੱਤਵਾਦੀ ਕਿਹਾ ਹੈਗਾ। ਜਿਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ, ਦੇਖੋ ਬੜੀ ਸ਼ਰਮ ਦੀ ਗੱਲ ਹੈ ਕਿ ਟੋਲ ਬੈਰੀਅਰ ਦੇ ਉੱਪਰ ਮੋਦੀ ਜੀ ਦਾ ਚਿੱਤਰ ਦਾ ਜੋ ਹਾਲ ਕੀਤਾ, ਤੁਸੀਂ ਉਹਨੂੰ ਕਿੱਦਾਂ ਜਸਟੀਫਾਈ ਕਰੋਗੇ? ਪੂਰੇ ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ ਤੇ ਉਹ ਫੋਟੋਆਂ ਦਿਖਾਈਆਂ ਗਈਆਂ ਕਿ ਮੋਦੀ ਜੀ ਦੇ ਚਿੱਤਰਾਂ ਦਾ ਕੀ ਹਾਲ ਕੀਤਾ ਗਿਆ। ਸੋ ਅਸੀਂ ਉਹਦੀਆਂ ਮਰਿਆਦਾਵਾਂ ਨੂੰ ਨਾ ਭੁੱਲੀਏ। ਸਾਡੇ 34 ਤੋਂ ਜ਼ਿਆਦਾ ਕਾਰਿਆਕਰਤਾਵਾਂ ਦੇ ਘਰਾਂ ਦੇ ਬਿਲਕੁਲ ਦੇਹਰੀਆਂ ਦੇ ਉੱਪਰ ਧਰਨੇ ਲੱਗੇ ਹੋਏ ਨੇ, ਔਰ ਜਿਸ ਢੰਗ ਦੀ ਭਾਸ਼ਾ ਦਾ ਉੱਥੇ ਪ੍ਰਯੋਗ ਹੋ ਰਿਹਾ, ਅਸੀਂ ਕਦੇ ਉਫ ਤੱਕ ਨਹੀਂ ਕੀਤੀ। ਅਸੀਂ ਤਾਂ ਸਿਰਫ ਇੱਕੋ ਹੀ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਇਹ ਮਾਮਲਾ ਜਿੰਨਾ ਕਸ਼ਟ ਕਿਸਾਨਾਂ ਨੂੰ ਹੋ ਰਿਹਾ ਹੈ, ਅਸੀਂ ਉਹਦੇ ਨਾਲੋਂ ਜ਼ਿਆਦਾ ਕਸ਼ਟ ਕੱਟ ਰਹੇ ਹਾਂ। ਅਸੀਂ ਵੀ ਕਸ਼ਟ ਕੱਟ ਰਹੇ ਹਾਂ, ਅਸੀਂ ਇਹ ਨਹੀਂ ਕਰ ਰਹੇ। ਸਾਨੂੰ ਪੰਜਾਬ ਦੇ ਅੰਦਰ ਸਿਰਫ ਇਸ ਅੰਦੋਲਨ ਦੇ ਦੌਰਾਨ ਮੂਵਮੈਂਟ ਨਹੀਂ ਕਰਨ ਦਿੱਤੀ ਜਾ ਰਹੀ, ਕਾਰਨ ਤਾਂ ਕਿਸਾਨ ਅੰਦੋਲਨ ਹੈ, ਪਰ ਉਹਦੇ ਵਿੱਚ ਕਾਂਗਰਸੀ ਗੁੰਡੇ ਉਹਦਾ ਲਾਭ ਲੈ ਰਹੇ ਨੇ। ਉਹ ਸਾਡੇ ਦਫ਼ਤਰਾਂ 'ਤੇ ਹਮਲਾ ਕਰ ਰਹੇ ਨੇ, ਸਾਡੇ ਚੁਣਾਵ ਦਫ਼ਤਰਾਂ 'ਤੇ ਉਹਨਾਂ ਨੇ ਹਮਲੇ ਕੀਤੇ, ਸਾਡੇ ਲੀਡਰਾਂ 'ਤੇ ਹਮਲੇ ਕੀਤੇ। ਉਹ ਜਿਹੜੇ ਕਾਂਗਰਸੀ ਗੁੰਡੇ ਨੇ, ਅਸੀਂ ਉਹਨਾਂ ਨੂੰ ਗੁੰਡੇ ਕਹਿ ਰਹੇ ਹਾਂ। ਅਸੀਂ ਕਦੇ ਕਿਸਾਨਾਂ ਨੂੰ ਗੁੰਡੇ ਨਹੀਂ ਕਿਹਾ। ਇਹਨੂੰ ਗੱਲ ਨੂੰ ਚੰਗੀ ਤਰ੍ਹਾਂ ਡਿਫਾਈਨ ਕਰੋ।